ਨੌਦੀਪ ਨੂੰ ਲੈ ਕੇ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਉਸ ਨੂੰ ਰਿਹਾ ਕਰ ਦੇਣਾ ਚਾਹੀਦਾ। ਏਡੀ ਵੱਡੀ ਫੋਰਸ ਪੁਲਿਸ ਦੀ ਖੜੀ ਹੈ, ਇੱਕ 5 ਫੁੱਟ 2 ਇੰਚ ਦੀ ਲੜਕੀ ਜਿਹੜੀ ਹੈ ਉਹ ਕਰ ਸਕਦੀ ਹੈ ਕਿ ਉਹਦੇ ਕੋਲ ਸਟੈਂਡ ਗਨ ਖੋਲ੍ਹ ਲਵੇ, ਔਰ ਉਸੇ ਆਧਾਰ ਦੇ ਉੱਤੇ ਉਹਦੇ 307 ਦਾ ਕੇਸ ਬਣਾਇਆ ਗਿਆ। ਬੇਟੀ ਬਚਾਓ ਬੇਟੀ ਪੜਾਓ ਦੀ ਤੁਸੀਂ ਗੱਲਬਾਤ ਕੀਤੀ ਹੈ, ਕਿੰਨਾ ਕੁ ਉਹਨਾਂ ਦਾ ਸਹੀ ਟੁਕਦਾ ਜੇ ਨਵਦੀਪ ਕੌਰ ਦੀ ਗੱਲ ਕਰ ਲਈਏ। ਇੱਕ ਪਾਸੇ ਅਸੀਂ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ, ਤੇ ਇਸ ਵਾਸਤੇ ਬੇਟੀ ਬਚਾਉਣੀ ਹੈ ਤੇ ਪੜਾਉਣੀ ਹੈ, ਉਹਦੇ ਬਾਅਦ ਜਾਂ ਦਰਿੰਦਿਆਂ ਅੱਗੇ ਪਾ ਦਿਓ ਉਹਨੂੰ ਰੇਪ ਕਰਨ ਵਾਸਤੇ ਜਾਂ ਉਹਦਾ ਕਤਲ ਕਰਨ ਵਾਸਤੇ। ਇਹਨਾਂ ਦੇ ਆਪਣੇ ਸੰਸਦਾਂ ਵੱਲੋਂ ਲੜਕੀਆਂ ਦੇ ਰੇਪ ਕੀਤੇ ਜਾ ਰਹੇ ਨੇ, ਤੇ ਜਾਂ ਸਰਕਾਰੀ ਇਸ਼ਾਰਿਆਂ ਦੇ ਉੱਤੇ ਆ ਬੱਚੀ ਦੇ ਉੱਤੇ ਜ਼ੁਲਮ ਕੀਤਾ, ਜਿਹਦੇ ਵਿੱਚ ਮੇਨ ਕੁਝ ਖਾਸ ਟੀਵੀ ਚੈਨਲ ਨੇ ਜਿਹੜੇ ਕਿ ਇੱਕ ਨਫ਼ਰਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਰ ਰੋਜ਼ ਉਹਨਾਂ ਚੈਨਲਸ ਦੇ ਉੱਤੇ ਬਹਿ ਕੇ ਜ਼ਹਿਰ ਉਗਲੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਸ ਤਰੀਕੇ ਨਾਲ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਅਲੱਗ-ਅਲੱਗ ਲੋਕਾਂ ਦੀ ਪ੍ਰਤੀਕਿਰਿਆ ਆ ਰਹੀ ਹੈ। ਸਿੱਖ ਸੰਗਤ ਹਰਿਆਣਾ ਵੱਲੋਂ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। 3 ਚੀਜ਼ਾਂ ਤੇ ਗੌਰ ਕੀਤਾ ਗਿਆ, 3 ਚੀਜ਼ਾਂ ਜੋ ਲੋਕਾਂ ਦੇ ਅੱਗੇ ਰੱਖੀ ਗਈ ਹੈ, ਦੱਸਣਾ ਚਾਹੁੰਦੇ ਨੇ। ਪਹਿਲੀ ਚੀਜ਼ ਹੈ ਕਿ ਨਵਦੀਪ ਕੌਰ ਤੇ ਉਸ ਨੂੰ ਰਿਹਾ ਕੀਤਾ ਜਾਵੇ। ਦੂਸਰੀ ਕਿ ਕਲਾਕਾਰਾਂ ਦਾ ਬਾਈਕਾਟ ਕਰਨਗੇ। ਤੀਸਰੀ ਗੋਦੀ ਮੀਡੀਆ ਨੇ ਵੀ ਝਾੜ ਪਾਈ ਹੈ। ਸਾਨੂੰ ਰਜਿੰਦਰ ਸਿੰਘ ਖਾਲਸਾ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਜਿਹੜੀ ਹੈ ਨਵਦੀਪ ਕੌਰ ਤੋਂ ਕਰਾਂਗੇ ਕਿ ਨਵਦੀਪ ਕੌਰ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ, ਔਰ ਜੇ ਉਸ ਉੱਪਰ ਕੋਈ ਧਾਰਾ ਲਗਾਈ ਗਈ ਹੈ ਉਹ ਕਿਸ ਤਹਿਤ ਲਗਾਈ ਗਈ ਹੈ। ਸਾਨੂੰ ਰਜਿੰਦਰ ਸਿੰਘ ਖਾਲਸਾ ਨੇ। ਖਾਲਸਾ ਜੀ ਵਾਹਿਗੁਰੂ, ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਨਵਦੀਪ ਦੀ ਗੱਲ ਕਰਾਂਗੇ। ਪਹਿਲਾਂ ਨਵਦੀਪ ਨੂੰ ਲੈ ਕੇ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਉਸ ਨੂੰ ਰਿਹਾ ਕਰ ਦੇਣਾ ਚਾਹੀਦਾ। ਕੀ ਲੱਗਦਾ ਕਿਸਾਨੀ ਧਰਨੇ ਨਾਲ ਉਹ ਸਹਿਯੋਗ ਕਰ ਰਹੇ ਸਨ, ਜਾਂ ਕੋਈ ਵੀ ਵਿਅਕਤੀ ਜਿਹੜਾ ਕਿਸਾਨੀ ਧਰਨੇ ਦੇ ਸਹਿਯੋਗ ਕਰਦਾ ਕਿ ਉਸ ਉੱਪਰ ਧਾਰਾ ਲਗਾ ਕੇ ਪੁਲਿਸ ਨੂੰ ਅਰੈਸਟ ਕਰ ਰਹੀ ਹੈ, ਇਹ ਕਿੰਨਾ ਕੁ ਸਹੀ ਹੈ? ਨਹੀਂ ਦੇਖੋ, ਜਿਹੜਾ ਪਹਿਲਾਂ ਤਾਂ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦਿਆਂ, ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਹਰਿਆਣਾ ਸਿੱਖ ਸੰਗਤ ਵੱਲੋਂ ਸੀ। ਅਸੀਂ ਲੋਕਲ ਹੋਣ ਕਰਕੇ ਚੰਡੀਗੜ੍ਹ ਦੇ ਉਹਨਾਂ ਨੇ ਸਾਨੂੰ ਮਾਣ ਨਾਲ ਬੁਲਾਇਆ, ਅਸੀਂ ਉਹਦੇ ਵਿੱਚ ਸ਼ਾਮਲ ਹੋਏ ਹਾਂ, ਲੇਕਿਨ ਪ੍ਰੈਸ ਕਾਨਫਰੰਸ ਜਿਹੜੀ ਹਰਿਆਣਾ ਸਿੱਖ ਸੰਗਤ ਦੀ ਸੀ। ਜਿਹੜਾ ਨਵਦੀਪ ਕੌਰ ਵਾਲਾ ਕੇਸ ਹੈ ਉਹਦੇ ਵਿੱਚ ਸਭ ਤੋਂ ਵੱਡਾ ਅਸੀਂ ਸਮਝਦੇ ਹਾਂ ਕਿ ਉਹਨੂੰ ਇਸ ਕਰਕੇ ਇਨਵੋਲਵ ਕੀਤਾ ਗਿਆ ਕਿ ਉਹ ਕਿਸਾਨ ਸੰਘਰਸ਼ ਦੀ ਹਿਮਾਇਤ ਕਰ ਰਹੀ ਸੀ, ਉਹ ਮਜ਼ਦੂਰਾਂ ਨੂੰ ਨਾਲ ਲੈ ਕੇ ਤੇ ਪ੍ਰੇਰ ਰਹੀ ਸੀ ਵੀ ਉਹ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ। ਭਾਵੇਂ ਕੇਸ ਉਹਦਾ ਕਿਸ ਤਰ੍ਹਾਂ ਬਣਾਇਆ ਗਿਆ, ਹੁਣ ਇੱਕ ਗੱਲ ਜਿਹੜੀ ਆਪ ਵੇਖਣ ਵਾਲੀ ਹੈ ਕਿ ਉਹਦੇ ਉੱਤੇ ਕੇਸ ਪਾਇਆ ਗਿਆ ਕਿ ਉਹਨੇ ਪੁਲਿਸ ਦੇ ਇੰਸਪੈਕਟਰ ਕੋਲੋਂ ਸਟੈਂਡ ਗਨ ਖੋਲੀ। ਜਿਸ ਵੇਲੇ ਏਡੀ ਵੱਡੀ ਫੋਰਸ ਪੁਲਿਸ ਦੀ ਖੜੀ ਹੈ, ਇੱਕ 5 ਫੁੱਟ 2 ਇੰਚ ਦੀ ਲੜਕੀ ਜਿਹੜੀ ਹੈ ਉਹ ਕਰ ਸਕਦੀ ਹੈ ਕਿ ਉਹਦੇ ਕੋਲ ਸਟੈਂਡ ਗਨ ਖੋਲ੍ਹ ਲਵੇ, ਔਰ ਉਸੇ ਆਧਾਰ ਦੇ ਉੱਤੇ ਉਹਦੇ 307 ਦਾ ਕੇਸ ਬਣਾਇਆ ਗਿਆ। ਹੋਰ ਜਿਹੜੇ ਕੇਸ ਨੇ ਉਹ ਅਲੱਗ ਨੇ, 307 ਦਾ ਕੇਸ ਬਣਾਇਆ ਗਿਆ, ਉਸੇ ਆਧਾਰ 'ਤੇ ਉਹਨੂੰ ਅਜੇ ਤੱਕ ਜਿਹੜੀ ਹੈ ਉਹ ਜ਼ਮਾਨਤ ਨਹੀਂ ਮਿਲੀ। ਇੱਕ ਪਾਸੇ ਅਸੀਂ ਕਹਿੰਦੇ ਹਾਂ ਬੇਟੀ ਬਚਾਓ ਬੇਟੀ ਪੜਾਓ, ਤੇ ਇਸ ਵਾਸਤੇ ਬੇਟੀ ਬਚਾਉਣੀ ਹੈ ਤੇ ਪੜਾਉਣੀ ਹੈ, ਉਹਦੇ ਬਾਅਦ ਜਾਂ ਦਰਿੰਦਿਆਂ ਅੱਗੇ ਪਾ ਦਿਓ ਉਹਨੂੰ ਰੇਪ ਕਰਨ ਵਾਸਤੇ ਜਾਂ ਉਹਦਾ ਕਤਲ ਕਰਨ ਵਾਸਤੇ, ਤੇ ਜਾਂ ਫਿਰ ਫੜ ਕੇ ਉਹਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿਓ, ਉੱਥੇ ਉਹਦੇ 'ਤੇ ਤਸ਼ੱਦਦ ਕਰੋ। ਇਹ ਬੇਟੀ ਬਚਾਓ ਬੇਟੀ ਪੜਾਓ ਦੀ ਤੁਸੀਂ ਗੱਲਬਾਤ ਕੀਤੀ ਹੈ, ਕਿੰਨਾ ਕੁ ਉਹਨਾਂ ਦਾ ਸਹੀ ਟੁਕਦਾ ਜੇ ਨਵਦੀਪ ਕੌਰ ਦੀ ਗੱਲ ਕਰ ਲਈਏ, ਜਦ ਦੂਸਰੇ ਪਾਸੇ ਭਾਜਪਾ ਵੀ ਨਾਂ ਲਗਾਉਂਦੀ ਹੈ, ਇਹ ਦੋਨੋਂ ਸ਼ਬਦਾਂ ਨੂੰ ਰੱਖ ਲਈਏ ਫਿਰ ਕਿਵੇਂ ਕਿੰਨਾ ਟੁਕਵਾਂ ਦੁਖਦਾ? ਸਵਾਏ ਵਿਖਾਵੇ ਤੇ ਕੁਝ ਵੀ ਨਹੀਂ। ਪ੍ਰੈਕਟੀਕਲ ਤੇ ਇਹ ਹੈ ਕਿ ਜਾਂ ਇਹਨਾਂ ਦੇ ਆਪਣੇ ਸੰਸਦਾਂ ਵੱਲੋਂ ਲੜਕੀਆਂ ਦੇ ਰੇਪ ਕੀਤੇ ਜਾ ਰਹੇ ਨੇ, ਤੇ ਜਾਂ ਸਰਕਾਰੀ ਇਸ਼ਾਰਿਆਂ ਦੇ ਉੱਤੇ ਆ ਬੱਚੀ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ। 22-23 ਸਾਲ ਦੀ ਬੱਚੀ ਹੈ, ਉਹਦੇ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਕਰਨਾ ਇੱਕ ਮਨੁੱਖਤਾ ਵਾਲੀ ਗੱਲ ਤਾਂ ਹੈ ਨਹੀਂ। ਦੂਸਰਾ ਜਿਹੜਾ ਸਾਡਾ ਮੁੱਦਾ ਸੀ, ਬਹੁਤ ਸਾਰਾ ਗੋਦੀ ਮੀਡੀਆ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਮੇਨ ਕੁਝ ਖਾਸ ਟੀਵੀ ਚੈਨਲ ਨੇ ਜਿਹੜੇ ਕਿ ਇੱਕ ਨਫ਼ਰਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਰ ਰੋਜ਼ ਉਹਨਾਂ ਚੈਨਲਸ ਦੇ ਉੱਤੇ ਬਹਿ ਕੇ ਜ਼ਹਿਰ ਉਗਲੀ ਜਾ ਰਹੀ ਹੈ, ਜਿਹਦੇ ਨਾਲ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਆਪਸੀ ਵੰਡ ਪਵੇ, ਨਫ਼ਰਤ ਪੈਦਾ ਹੋਵੇ, ਔਰ ਜਿਸ ਵੇਲੇ ਇਹੋ ਜਿਹੀ ਨਫ਼ਰਤ ਪੈਦਾ ਹੁੰਦੀ ਤਾਂ ਉਹਦਾ ਅਲਟੀਮੇਟ ਰਿਜ਼ਲਟ ਜਿਹੜਾ ਉਹ ਆਪਸੀ ਲੜਾਈ ਹੁੰਦੀ ਹੈ, ਖਾਨਾ ਜੰਗੀ ਹੁੰਦੀ ਹੈ। ਕੀ ਇਹ ਸਰਕਾਰ ਮੂਕ ਦਰਸ਼ਕ ਬਣ ਕੇ ਵੇਖਦੀ ਰਹੇਗੀ, ਜਾਂ ਸਰਕਾਰ ਇਹਦੇ ਨਾਲ ਸਹਿਮਤ ਹੈ ਕਿ ਖਾਨਾ ਜੰਗੀ ਹੋਣੀ ਚਾਹੀਦੀ ਹੈ? ਇਸ ਤੋਂ ਵੀ ਵੱਡਾ ਸਾਨੂੰ ਦੁੱਖ ਇਹ ਹੈ, ਮੈਂ ਇਸ ਗੱਲ ਨੂੰ ਇੱਥੇ ਵੀ ਪ੍ਰੈਸ ਕਾਨਫਰੰਸ ਵਿੱਚ ਉਠਾਇਆ ਕਿ ਨਾ ਤਾਂ ਸਰਕਾਰ ਉਹਨਾਂ ਨੂੰ ਰੋਕ ਰਹੀ ਹੈ, ਨਾ ਹੀ ਦੇਸ਼ ਦੀ ਸੁਪਰੀਮ ਕੋਰਟ ਨੇ ਇਹਦੇ ਉੱਤੇ ਆਪਣੇ ਤੌਰ 'ਤੇ ਸੂਓ ਮੋਟੋ ਕੋਈ ਨੋਟਿਸ ਲਿਆ। ਉਹ ਵੀ ਤਾਂ ਚੈਨਲ ਦੇਖਦੇ ਨੇ, ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਹੀ ਇਹਦਾ ਨੋਟਿਸ ਲੈਣਾ ਚਾਹੀਦਾ ਸੀ ਕਿ ਇਹ ਦੇਸ਼ ਦੇ ਵਿੱਚ ਇੱਕ ਗਲਤ ਮਾਹੌਲ ਬਣਾਇਆ ਜਾ ਰਿਹਾ, ਫਿਰਕੂ ਮਾਹੌਲ ਬਣਾਇਆ ਜਾ ਰਿਹਾ, ਸਦਭਾਵਨਾ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਤੇ ਸੁਪਰੀਮ ਕੋਰਟ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਇਸ ਪਾਸੇ ਨੋਟਿਸ ਲਵੇ, ਔਰ ਮੈਂ ਆਸ ਕਰਦਾ ਕਿ ਸੁਪਰੀਮ ਕੋਰਟ ਇਸ ਪਾਸੇ ਜਿਹੜੀ ਹੈ ਉਹ ਧਿਆਨ ਦੇਵੇਗੀ। ਇੱਕ ਤੀਸਰਾ ਮੁੱਦਾ ਸਾਡਾ ਅੱਜ ਦਾ ਜਿਹੜਾ ਸੀ, ਬਹੁਤ ਸਾਰੇ ਕੇਸ ਜਿਹੜੇ ਨੇ ਝੂਠੇ ਬਣਾਏ ਗਏ ਨੇ, ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ। ਆਮ ਤੌਰ 'ਤੇ ਸਰਕਾਰਾਂ ਦੀ ਇੱਕ ਪਾਲਿਸੀ ਹੁੰਦੀ ਹੈ ਕਿ ਜੋ ਅਸਲੀ ਮੁੱਦਾ ਉਹ ਤੋਂ ਡਾਈਵਰਟ ਕਰਨ ਵਾਸਤੇ ਕੁਝ ਐਸੇ ਕੰਮ ਕਰੋ
ਕਿ ਅਸਲੀ ਮੁੱਦਾ ਲੁਕ ਜਾਏ ਤੇ ਡਿਮਾਂਡ ਕੁਝ ਹੋਰ ਹੀ ਬਣ ਜਾਏ। ਇਹ ਵੀ ਕੇਸ ਝੂਠੇ ਇਸ ਕਰਕੇ ਬਣਾ ਰਹੇ ਨੇ। ਅਸੀਂ ਵੀ ਅੱਜ ਮੰਗ ਕੀਤੀ ਹੈ ਕਿ ਝੂਠੇ ਕੇਸ ਜਿਹੜੇ ਨੇ ਵਾਪਸ ਲਏ ਜਾਣ, ਲੇਕਿਨ ਇੱਥੇ ਨਾਲ ਹੀ ਅਸੀਂ ਇਹ ਗੱਲ ਵੀ ਕਲੀਅਰ ਕਰ ਦਿੱਤੀ ਹੈ ਕਿ ਸਾਡਾ ਅਸਲੀ ਮੁੱਦਾ ਜਿਹੜਾ ਹੈ ਉਹ ਇਹ ਹੈ ਕਿ ਤਿੰਨੇ ਕਾਲੇ ਕਾਨੂੰਨ ਰੱਦ ਹੋਣ, MSP ਨੂੰ ਜਿਹੜਾ ਕਾਨੂੰਨੀ ਜਾਮਾ ਪਹਿਨਾਇਆ ਜਾਵੇ। ਇਹ ਬੇਸ਼ੱਕ ਅਸੀਂ ਚਾਹੁੰਦੇ ਹਾਂ ਕਿ ਝੂਠੇ ਕੇਸ ਵਾਪਸ ਹੋਣ, ਲੇਕਿਨ ਇੱਕ ਛੱਡ ਕੇ 100 ਛੱਡ ਕੇ 1000 ਝੂਠੇ ਕੇਸ ਬਣ ਜਾਣ, ਅਸਲੀ ਮੁੱਦੇ ਤੋਂ ਅਸੀਂ ਡਾਈਵਰਟ ਨਹੀਂ ਹੋਵਾਂਗੇ। ਅਸਲੀ ਮੁੱਦਾ ਸਾਡਾ ਇਹ ਹੈ ਕਿ ਤਿੰਨ ਕਾਲੇ ਕਾਨੂੰਨ ਵਾਪਸ ਹੋਣ ਤੇ MSP ਜਿਹੜਾ ਹੈ ਉਹਨੂੰ ਕਾਨੂੰਨੀ ਰੂਪ ਦਿੱਤਾ ਜਾਵੇ। PM ਸਾਹਿਬ ਦੀ ਤੁਸੀਂ ਸੰਸਦ ਦੇ ਵਿੱਚ ਸਾਰੀ ਸਪੀਚ ਸੁਣੀ ਹੋਣੀ ਹੈ, ਗੱਲ ਵੀ ਕਰਦੇ ਨੇ 84 ਦੇ ਵਿੱਚ ਜ਼ਿਕਰ ਆ ਜਾਂਦਾ, 47 ਦੇ ਵਿੱਚ ਜ਼ਿਕਰ ਆ ਜਾਂਦਾ। ਹੁਣ ਵੀ ਜਿਵੇਂ ਕਹਿ ਰਹੇ ਸੀ ਕਿ ਸੈਂਟੀਮੈਂਟਲ ਜਿਹੜੇ ਨੇ ਆਪਣੇ ਵੱਲ ਖਿੱਚਣ ਦੀ ਗੱਲ ਕਰਦੇ ਨੇ PM ਸਾਹਿਬ, ਕਿਉਂ ਲੋੜ ਪੈ ਗਈ ਹੈ? ਕੀ ਸਾਨੂੰ ਇਤਿਹਾਸ ਯਾਦ ਲਾਇਆ ਜਾ ਰਿਹਾ, ਕਿ ਇਸ ਇਤਿਹਾਸ ਵਿੱਚ ਜਾ ਕੇ ਸੋਚੀਏ ਵੀ ਸਾਡੇ ਨਾਲ ਕੀ ਹੋਇਆ ਸੀ, ਜਾਂ ਲੋਕਾਂ ਨੂੰ ਡਰਾਇਆ ਜਾ ਰਿਹਾ? ਨਹੀਂ, ਪ੍ਰਧਾਨ ਮੰਤਰੀ ਸਾਹਿਬ ਜਿਹੜਾ ਨਾ ਸੈਂਟੀਮੈਂਟਲ ਬਲੈਕਮੇਲਿੰਗ ਕਰਨਾ ਚਾਹੁੰਦੇ ਨੇ, ਮਾਨਸਿਕ ਤੌਰ ਤੇ ਲੋਕਾਂ ਨੂੰ ਭਾਵਕ ਕਰਕੇ ਤੇ ਅਸਲੀ ਮੁੱਦੇ ਵੱਲੋਂ ਮੋੜਨਾ। ਕਾਂਗਰਸ ਨਿਸ਼ਾਨਾ ਹੋ ਸਕਦਾ 84-47 ਨੂੰ ਯਾਦ ਕਰਾਉਣ ਲਈ? ਬੇਸ਼ੱਕ ਉਹ ਤੇ ਉਹਨਾਂ ਦਾ ਸਦਾ ਹੀ ਰਿਹਾ, ਜਿਹੜਾ ਕਾਂਗਰਸ ਹੈ ਉਹਨਾਂ ਦੇ ਨਿਸ਼ਾਨੇ ਤੇ ਸਦਾ ਹੀ ਰਹੀ ਹੈ। ਹੁਣ ਕੁਝ ਸਟੇਟਾਂ ਦੇ ਵਿੱਚ ਇਲੈਕਸ਼ਨ ਹੈ, ਇਸ ਕਰਕੇ ਵੀ ਉਹਨਾਂ ਦੇ ਵਾਸਤੇ ਉਹ ਬੜੀ ਇੰਪੋਰਟੈਂਟ ਗੱਲ ਹੈ। ਲੇਕਿਨ ਅੱਜ ਦੇਸ਼ ਦੇ ਲੋਕ ਜਾਗ ਚੁੱਕੇ ਨੇ ਇਹਨਾਂ ਭਾਵਕ ਮੁੱਦਿਆਂ ਨੂੰ ਉਭਾਰ ਕੇ। ਤੁਸੀਂ ਹੁਣ ਜੇ ਗੱਲ ਕੀਤੀ ਹੈ ਤਾਂ ਮੈਂ ਇੱਕ ਹੋਰ ਗੱਲ ਕਹਾਂਗਾ, ਜੋ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਅੰਦੋਲਨਕਾਰੀਆਂ ਦਾ ਮਜ਼ਾਕ ਉਡਾਇਆ, ਪਰਜੀਵੀ ਕਹਿ ਕੇ ਤੇ ਅੰਦੋਲਨ ਜੀਵੀ ਕਹਿ ਕੇ, ਉਹ ਦੇਸ਼ ਦੇ ਉਹਨਾਂ ਸਾਰੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅੰਦੋਲਨ ਕੀਤੇ ਨੇ ਉਹਨਾਂ ਸਾਰਿਆਂ ਦਾ ਮਜ਼ਾਕ ਹੈ। ਜਿਹੜੇ BJP ਨੇ ਅੰਦੋਲਨ ਕੀਤੇ ਨੇ, BJP ਸੰਨ 47 ਤੋਂ ਬਾਅਦ ਸਭ ਤੋਂ ਜ਼ਿਆਦਾ ਅੰਦੋਲਨ ਜਿਹੜੇ ਨੇ BJP ਨੇ ਕੀਤੇ ਨੇ। ਇਹਦਾ ਮਤਲਬ BJP ਦੇ ਜਿਨ੍ਹਾਂ ਨੇ ਉਦੋਂ ਅੰਦੋਲਨ ਕੀਤੇ ਨੇ ਉਹਨਾਂ ਸਾਰਿਆਂ ਦਾ ਵੀ ਮਜ਼ਾਕ ਉਡਾਇਆ ਗਿਆ, ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਆਪ ਵੀ ਸ਼ਾਮਲ ਨੇ। ਮੇਰੀ ਬੇਨਤੀ ਹੈ, ਪ੍ਰਧਾਨ ਮੰਤਰੀ ਸਾਹਿਬ ਬਹੁਤ ਉੱਚੇ ਅਹੁਦੇ ਤੇ ਨੇ, ਉਹ ਸਿਰਫ ਇਹੋ ਜਿਹੇ ਸ਼ਗੂਫੇ ਨਾ ਛੱਡਿਆ ਕਰਨ, ਗੱਲ ਨੂੰ ਸੋਚ ਕੇ ਤੋਲ ਕੇ ਬੋਲਿਆ ਕਰਨ। ਮੇਰਾ ਇਹ ਉਹਨਾਂ ਨੂੰ ਬੇਨਤੀ ਹੈ। ਦੂਸਰੇ ਪਾਸੇ ਪਾ ਵੀ ਚਰਚਾ ਚੱਲੀ ਸੀ ਕਿਤੇ ਨਾ ਕਿਤੇ ਕਿ ਤੁਸੀਂ ਹੁਣ ਗੋਦੀ ਮੀਡੀਆ ਦੀ ਵੀ ਗੱਲਬਾਤ ਕੀਤੀ ਹੈ, ਸ਼ਾਇਦ ਤੁਹਾਨੂੰ ਯਾਦ ਹੋਣਾ ਇੱਕ ਨਿੱਜੀ ਚੈਨਲ ਨੂੰ ਬਾਹਰੋਂ ਡਾਲਰ ਦਾ ਜ਼ਮਾਨਾ ਵੀ ਹੋ ਗਿਆ ਸੀ, ਭੜਕਾਊ ਬਿਆਨਬਾਜ਼ੀ ਉੱਤੇ ਵੀ ਇੱਕ ਚਰਚਾ ਚੱਲਦੀ ਰਹਿੰਦੀ ਹੈ। ਦੂਸਰੇ ਪਾਸੇ BJP ਨੂੰ ਕਿੱਦਾਂ ਦੇਖਦੇ ਹੋ? ਪੰਜਾਬ ਦੀ ਗੱਲ ਕਰ ਲਈ, ਕਿਉਂਕਿ ਪੰਜਾਬ ਦੇ ਲੀਡਰਾਂ ਦੇ ਬਿਆਨ ਲਗਾਤਾਰ ਦਾਗੇ ਜਾ ਰਹੇ ਨੇ ਕਿ ਸਾਨੂੰ ਪਿੰਡਾਂ ਵਿੱਚ ਆਉਣ ਨੂੰ ਕਿਹੜਾ ਰੋਕ ਸਕਦਾ ਹੈ। ਇਹ ਹੁਣ ਵੀ ਲਗਾਤਾਰ ਬਿਆਨ ਚੱਲਦੇ ਨੇ। ਨਹੀਂ, ਦੇਖੋ ਗੱਲ ਇਹ ਹੈ, ਸੱਚਾਈ ਜਿਹੜੀ ਹੈ ਉਹ ਕੁਝ ਹੋਰ ਹੈ ਤੇ ਜੋ ਬਿਆਨਬਾਜ਼ੀ ਹੋ ਰਹੀ ਹੈ ਉਹ ਅਲੱਗ ਹੈ। ਥਾਂ ਦੇ ਉੱਤੇ ਆ ਹੁਣ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਨੇ, ਕਈ ਪਿੰਡਾਂ ਦੇ ਵਿੱਚ ਗਏ ਨੇ, ਲੋਕਾਂ ਨੇ ਅੰਦਰ ਨਹੀਂ ਵੜਨ ਦਿੱਤਾ। ਇਹਨਾਂ ਦੇ ਘਰ ਗਏ, ਲੋਕਾਂ ਦੇ ਘਰ ਗਏ ਨੇ, ਉਹਨਾਂ ਨੇ ਬੇਅਦਬੀ ਕਰਕੇ ਕੱਢਿਆ ਕਿ ਤੁਹਾਨੂੰ ਆਉਣਾ ਹੀ ਨਹੀਂ ਸੀ ਚਾਹੀਦਾ ਸਾਡੇ ਕੋਲ, ਤੁਸੀਂ ਇੰਨਾ ਜ਼ੁਲਮ ਕਰਕੇ ਕਿਸਾਨੀ ਦੇ ਉੱਤੇ, ਉਹਦੇ ਬਾਅਦ ਸਾਡੇ ਕੋਲ ਕਾਹਦੇ ਵਾਸਤੇ ਤੁਰੇ ਫਿਰਦੇ ਹੋ। ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਤਾਂ BJP ਦੀ ਜੜ ਪੁੱਟੀ ਗਈ ਹੈ, ਲੇਕਿਨ ਇਹ ਸਾਰੇ ਦੇਸ਼ 'ਚੋਂ ਪੁੱਟੀ ਜਾ ਰਹੀ ਹੈ। ਜਿੰਨਾ ਇਹ ਕਿਸਾਨ ਅੰਦੋਲਨ ਨੂੰ ਲਟਕਾਉਣ ਦੀ ਕੋਸ਼ਿਸ਼ ਕਰਨਗੇ, ਕਿਸਾਨਾਂ ਨੂੰ ਇਨਸਾਫ ਨਹੀਂ ਦੇਣਗੇ, ਉਹਨਾਂ ਇਹ ਸੰਘਰਸ਼ ਜਿਹੜਾ ਸਾਰੇ ਦੇਸ਼ ਦੇ ਵਿੱਚ ਫੈਲੇਗਾ ਔਰ ਉਹਦਾ ਜਿਹੜਾ ਨਤੀਜਾ ਇਹਨਾਂ ਨੂੰ ਭੁਗਤਣਾ ਪਏਗਾ BJP ਨੂੰ। ਕਿੱਲ ਲਗਾਏ ਗਏ ਸੀ, ਬੈਰੀਕੇਡਿੰਗ ਕੀਤੀ ਗਈ ਸੀ, ਉਸ ਤੋਂ ਬਾਅਦ ਲਗਾਤਾਰ ਵਿਰੋਧ ਹੋਇਆ। ਬਾਅਦੋਂ ਵਿਰੋਧ ਦੇ ਵਿੱਚੋਂ ਮੇਨ ਹਸਤੀਆਂ ਜਿਹੜੀਆਂ ਨੇ ਆਊਟ ਆਫ ਇੰਡੀਆ ਤੋਂ ਵੀ ਲੋਕੀ ਬੋਲੇ ਨੇ। ਫਿਰ ਕਿਤੇ ਨਾ ਕਿਤੇ ਜਾ ਕੇ ਪੀੜ ਵੀ ਹੋਈ ਇਸ ਪਾਸੇ ਜਾ ਕੇ ਵੀ ਸਾਡੇ ਇੰਟਰਨਲ ਮੈਟਰ ਵਿੱਚ ਕਿਉਂ ਬੋਲਿਆ ਜਾ ਰਿਹਾ। ਕੀ ਲੱਗਦਾ ਜਦੋਂ PM ਸਾਹਿਬ ਜਾ ਕੇ ਜਾਂਦੇ ਨੇ, ਟਰੰਪ ਨਾਲ ਜਾ ਕੇ ਨਾਰਾ ਲਗਾਉਂਦੇ ਨੇ ਅਬ ਕੀ ਬਾਰ ਟਰੰਪ ਸਰਕਾਰ, ਕੀ ਉਹਨਾਂ ਇੰਟਰਨਲ ਮੈਟਰ ਨਹੀਂ ਗਿਆ ਸੀ? ਜਿਸ ਵੇਲੇ ਕੋਈ ਇਸ਼ੂ ਜਿਹੜਾ ਹੈ ਉਹ ਮਨੁੱਖਤਾ ਨਾਲ ਸੰਬੰਧਿਤ ਹੁੰਦਾ ਹੈ ਤੇ ਫਿਰ ਉਹ ਦੇਸ਼ ਦੀਆਂ ਸਰਹੱਦਾਂ ਦੇ ਵਿੱਚ ਨਹੀਂ ਵੱਜਦਾ ਹੁੰਦਾ। ਜਿਹੜਾ ਕਿਸਾਨ ਸੰਘਰਸ਼ ਹੈ ਇਹ ਮਨੁੱਖਤਾ ਦਾ ਇਸ਼ੂ ਬਣ ਗਿਆ, ਹਿਊਮੈਨਿਟੀ ਦਾ ਇਸ਼ੂ ਬਣ ਗਿਆ। ਸਰਕਾਰ ਸਮਝਦੀ ਮਨੁੱਖਤਾ ਦਾ ਹੈਗਾ, ਗੱਲ ਤਾਂ ਸਰਕਾਰ ਤੇ ਆ ਗਈ ਨਾ। ਸਰਕਾਰ ਸਮਝਦੀ ਜਾਂ ਨਹੀਂ ਸਮਝਦੀ, ਜਿਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹਦੇ ਵਾਸਤੇ ਆਵਾਜ਼ ਉਠਾਈ ਜਾ ਰਹੀ ਹੈ, ਇਹਦੇ ਹੱਕ 'ਚ ਆਵਾਜ਼ ਉਠਾਈ ਜਾ ਰਹੀ ਹੈ, ਇਹ ਇੰਟਰਨੈਸ਼ਨਲਾਈਜ਼ ਤਾਂ ਹੋ ਹੀ ਗਿਆ, ਇਹ ਮਨੁੱਖਤਾ ਦਾ ਮੁੱਦਾ ਬਣ ਚੁੱਕਾ ਹੈ। ਇਹ ਸਰਹੱਦਾਂ ਦੀਆਂ ਦੀਵਾਰਾਂ ਦੇ ਵਿੱਚ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ। ਔਰ ਜਿਹੜੀ ਤੁਸੀਂ ਆਪ ਹੀ ਆ ਜਵਾਬ ਦੇ ਦਿੱਤਾ ਵੀ ਪ੍ਰਧਾਨ ਮੰਤਰੀ ਜੀ ਅਮਰੀਕਾ ਜਾ ਕੇ ਟਰੰਪ ਦੇ ਵਾਸਤੇ ਬੋਲ ਰਹੇ ਨੇ, ਇੱਥੇ ਬੁਲਾ ਕੇ ਟਰੰਪ ਨੂੰ ਪ੍ਰਮੋਟ ਕਰ ਰਹੇ ਨੇ, ਕੀ ਇਹ ਉਹਨਾਂ ਦੇ ਦੇਸ਼ ਦੇ ਵਿੱਚ ਦਖਲ ਅੰਦਾਜ਼ੀ ਨਹੀਂ? ਉਹਨਾਂ ਦੇ ਪੋਲਿਟਿਕਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ? ਅੱਜ ਇਸ ਵੇਲੇ ਕੁਝ ਲੋਕ
ਮਨੁੱਖਤਾ ਦਾ ਦਰਦ ਲੈ ਕੇ ਕਿਸਾਨਾਂ ਦੇ ਹੱਕ 'ਚ ਬੋਲੇ ਤੇ ਇਹਨਾਂ ਨੂੰ ਜਾਪਦਾ ਪਿਆ ਕਿ ਉਹ ਸਾਡੇ ਦੇਸ਼ ਦੇ ਅੰਦਰੂਨੀ ਮਸਲਿਆਂ 'ਚ ਹੱਲ ਰਹਿਣੇ। ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਾਂਗਾ, ਪਹਿਲਾਂ ਉਹ ਆਪ ਦੂਸਰੇ ਦੇਸ਼ਾਂ ਦੇ ਅੰਦਰੂਨੀ ਮਸਲਿਆਂ 'ਚ ਜਿਹੜਾ ਰੋਲ ਅਦਾ ਕਰਨਾ ਹੈ ਉਹਨੂੰ ਬੰਦ ਕਰਨ। ਹਿਊਮਨ ਰਾਈਟਸ ਆਪਣਾ ਰੋਲ ਸਹੀ ਪਲੇ ਕਰ ਰਿਹਾ। ਹਿਊਮਨ ਰਾਈਟਸ ਦੀ ਬੜੀ ਚਰਚਾ ਚੱਲਦੀ ਪਈ ਹੈ ਕਿ ਜਿਸ ਤਰੀਕੇ ਨਾਲ ਉੱਥੇ ਹੁਣ ਵੀ 200 ਤੋਂ ਵੱਧ ਕਿਸਾਨ ਜਿਹੜਾ ਸ਼ਹੀਦ ਹੋ ਚੁੱਕਿਆ, ਹਲੇ ਵੀ ਕਈ ਨੌਜਵਾਨ ਅੰਦਰ ਨੇ। ਹਿਊਮਨ ਰਾਈਟਸ ਆਪਣਾ ਸਹੀ ਕੰਮ ਕਰ ਰਹੀ ਹੈ? ਨਹੀਂ, ਪੰਜਾਬ ਦੇ ਇਸ ਸੰਘਰਸ਼ ਦੇ ਵਿੱਚ ਬਹੁਤ ਅਗਰੈਸਿਵ ਨਹੀਂ ਮਿਲਿਆ ਉਹਨਾਂ ਦਾ ਰੋਲ। ਹਾਲਾਂਕਿ ਅਸੀਂ ਉਸ ਤੋਂ ਬਹੁਤ ਜ਼ਿਆਦਾ ਆਸ ਕਰਦੇ ਸਾਂ, ਪਰ ਅਸੀਂ ਆਸ ਕਰਦੇ ਹਾਂ ਕਿ ਹੁਣ ਜਿਵੇਂ ਸਰਗਰਮੀ ਦੇ ਵਿੱਚ ਆਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਰੋਲ ਵਧੇਗਾ। ਔਰ ਸਿਰਫ ਜਿਹੜੀਆਂ ਪ੍ਰਾਈਵੇਟ ਏਜੰਸੀਆਂ ਨੇ ਜਿਹੜੀਆਂ ਹਿਊਮਨ ਰਾਈਟਸ ਦਾ ਕੰਮ ਕਰ ਰਹੀਆਂ ਨੇ, ਉਸ ਤੋਂ ਇਲਾਵਾ UN ਦੀ ਹਿਊਮਨ ਰਾਈਟਸ ਦਾ ਜਿਹੜੀ ਬਾਡੀ ਹੈ ਉਹ ਇਹਦਾ ਨੋਟਿਸ ਜਿਹੜਾ ਉਹ ਗੰਭੀਰਤਾ ਨਾਲ। ਇੱਕ ਆਖਰੀ ਸਵਾਲ ਹੈਗਾ, ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਕਲਾਕਾਰਾਂ ਦਾ ਬਾਈਕਾਟ ਕਰਨਗੇ ਪੰਜਾਬ ਦੀ ਤੇ ਹਰਿਆਣਾ 'ਚ, ਕਿਸ ਤਰੀਕੇ ਨਾਲ ਕਲਾਕਾਰ ਦਾ ਬਾਈਕਾਟ ਕਰੋਗੇ? ਦੇਖੋ, ਅਸੀਂ ਕਲਾਕਾਰਾਂ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਉਹ ਇਹਨਾਂ ਚੈਨਲਸ ਦੇ ਨਾਲ ਸਹਿਯੋਗ ਨਾ ਕਰਨ। ਇਹਨਾਂ ਦੇ ਵਾਸਤੇ ਗਾਣੇ ਨਾ ਗਾਉਣ, ਇਹਨਾਂ ਵਾਸਤੇ ਫਿਲਮਾਂ ਨਾ ਬਣਾਉਣ, ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਸਰਕਾਰੀ ਚੀਜ਼ ਦੀ ਗੱਲ ਕਰਦੇ ਨਹੀਂ। ਪੰਜਾਬ ਹਰਿਆਣਾ ਦੇ ਜਿੰਨੇ ਵੀ ਕਲਾਕਾਰ ਨੇ, ਭਾਵੇਂ ਉਹ ਸਿੰਗਰ ਨੇ, ਭਾਵੇਂ ਉਹ ਐਕਟਰ ਨੇ, ਹੋਰ ਕਿਸੇ ਪਾਸੇ ਵੀ ਉਹ ਸੈਲੀਬ੍ਰਿਟੀਜ਼ ਨੇ, ਉਹਨਾਂ ਦਾ ਬੜਾ ਵੱਡਾ ਰੋਲ ਹੁੰਦਾ ਚੈਨਲਸ ਨੂੰ ਪ੍ਰਮੋਟ ਕਰਨ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਉੱਥੇ ਪ੍ਰਮੋਸ਼ਨ ਵਾਸਤੇ ਖਰਚੇ ਕੀਤੇ ਜਾਂਦੇ ਨੇ, ਕਰੋੜਾਂ ਰੁਪਏ ਖਰਚੇ ਜਾਂਦੇ ਨੇ। ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਇਹਨਾਂ ਚੈਨਲਸ ਨੂੰ ਪ੍ਰਮੋਟ ਨਾ ਕਰਨ, ਇਹਨਾਂ ਤੋਂ ਦੂਰ ਰਹਿਣ। ਤੇ ਜੇ ਉਹ ਸਾਡੀ ਅਪੀਲ ਦੇ ਬਾਅਦ ਵੀ ਇਹਨਾਂ ਨਾਲ ਸਹਿਯੋਗ ਕਰਨਗੇ ਤੇ ਫਿਰ ਅਸੀਂ ਉਹਨਾਂ ਦਾ ਬਾਈਕਾਟ ਕਰਾਂਗੇ। ਤੇ ਸਾਰੀ ਗੱਲਬਾਤ ਸੁਣੀਏ ਸਾਨੂੰ ਮੌਜੂਦ ਸਿੰਘ ਰਜਿੰਦਰ ਸਿੰਘ ਖਾਲਸਾ, ਜਿਨ੍ਹਾਂ ਨੇ ਆਪਣੇ ਵਿਚਾਰ ਦੱਸੇ ਨੇ। ਗੱਲ ਦੇਖੀ ਹੈ, ਪ੍ਰੈਸ ਕਾਨਫਰੰਸ ਹੋਈ ਸੀ ਹਰਿਆਣਾ ਸਿੱਖ ਸੰਗਤ ਵੱਲੋਂ। ਦੂਸਰੇ ਪਾਸੇ ਵੀ ਕਿਹਾ ਜਾ ਰਿਹਾ ਕਿ ਜਿਹੜੇ ਚੈਨਲ ਦੇ ਉੱਪਰ ਜਾ ਕੇ ਜਾਂ ਗੋਦੀ ਮੀਡੀਆ ਇਸ ਸਮੇਂ ਬਣਿਆ ਹੋਇਆ, ਉਸ ਉੱਪਰ ਕੋਈ ਵੀ ਸੈਲੀਬ੍ਰਿਟੀ ਜਾ ਕੇ ਆਪਣਾ ਹਿੱਸਾ ਲਵੇਗਾ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ। ਪੰਜਾਬ ਤੇ ਹਰਿਆਣਾ ਦੇ ਵਿੱਚ ਫੈਸਲਾ ਲਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ। ਦੂਸਰੇ ਪਾਸੇ ਜਿਸ ਤਰੀਕੇ ਨਾਲ ਲਗਾਤਾਰ ਹੀ ਬੈਰੀਕੇਡ ਟਾਈਟ ਸੀ, ਉਸ ਨੂੰ ਦੇਖ ਕੇ ਬਾਅਦ ਹੀ ਹਸਤੀਆਂ ਬੋਲਣੀ ਸ਼ੁਰੂ ਕਰ ਦਿੱਤੀਆਂ ਸਨ। ਉਸ ਪਰ ਵੀ ਕਿਤੇ ਨਾ ਕਿਤੇ ਇਤਰਾਜ਼ ਹੋ ਗਿਆ ਸੀ ਭਾਰਤ ਦੇ ਵਿੱਚ ਕਈ ਲੋਕਾਂ ਨੂੰ, ਪਰ ਮਨੁੱਖਾਂ ਦੇ ਅਧਿਕਾਰ ਦੀ ਗੱਲ ਆਉਂਦੀ ਹੈ ਉਸ ਉੱਪਰ ਤਾਂ ਸਾਰੀ ਦੁਨੀਆ ਬੋਲ ਸਕਦੀ ਹੈ। ਇਹ ਕਹਿਣਾ ਸੀ ਰਜਿੰਦਰ ਸਿੰਘ ਖਾਲਸਾ ਦਾ। ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜਿਆਂ ਤੱਕ ਵੀ ਇਹ ਸਾਰੀ ਜਾਣਕਾਰੀ ਪਹੁੰਚ ਸਕੇ।